ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਭਈ ਖਾਲਸਾ ਦੇ 21 ਸਾਲ ਹੋ ਗਏ ਆ, ਪਰ ਦੇਖੋ ਦੁਨੀਆ ਉੱਪਰ ਕਿੰਨੀ ਵਿਫਤਾ ਹੋਈ ਉਹ ਆ। ਸਾਰੀ ਦੁਨੀਆ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਫੈਲੀ ਹੋ, ਸਾਡੇ ਜਿਹੜੇ ਭਈ ਜਿਹੜੇ ਸਾਡੇ ਸਪੋਰਟਰ ਆ, ਸਾਡੇ ਸੇਵਾਦਾਰ ਆ, ਸਾਡੀਆਂ ਟੀਮਾਂ ਸਾਰੇ ਪਾਸੇ ਲੱਗੀਆਂ ਇਸ ਵੇਲੇ। ਜਿਹੜਾ ਹੁਣ 21ਵਾਂ ਸਾਲ ਮਨਾ ਰਹੇ ਖਾਲਸਾ ਏਡ ਦਾ, ਇੱਕ ਅਨੋਖੇ ਜਿਹਾ ਟਾਈਮ ਅਤੇ ਇੱਕ ਹੋਰ ਤਰ੍ਹਾਂ ਦਾ ਟਾਈਮ ਸਮਾਂ ਇਸ ਵੇਲੇ ਆ। ਭਈ ਅਸੀਂ ਦੇਖਦੇ ਭਈ ਖਾਲਸਾ 21 ਸਾਲ ਪਹਿਲਾਂ ਜਿਹੜੀ ਭਈ ਸ਼ੁਰੂ ਹੋਈ ਸੀ, ਦੇਖੋ ਹੁਣ ਦੁਨੀਆ ਨੂੰ ਕਿੰਨਾ ਫਾਇਦਾ ਹੋ ਰਿਹਾ। ਮੈਂ ਇਹਦੇ ਵਿੱਚ ਗੱਲਾਂ ਕਰਨੀਆਂ ਪਿਛਲੇ 21 ਸਾਲ ਦੀਆਂ ਥੋੜ੍ਹੀ ਜਿਹੀਆਂ, ਫਿਰ ਫਿਊਚਰ ਦੀਆਂ ਕਈ ਗੱਲਾਂ ਕਰਨੀਆਂ, ਫਿਰ ਸਾਡੇ ਕਈ ਜਿਹੜੀ ਟੀਮਾਂ ਵੀ ਹੈਗੀਆਂ ਦੁਨੀਆ ਵਿੱਚ ਉਹਦੇ ਬਾਰੇ ਵੀ। ਪਰ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਦਾ, ਜਿੱਥੇ ਵੀ ਤੁਸੀਂ ਹੈਗੇ ਆ ਸੇਫ ਰਹੋ, ਆਪਣਾ ਬਚਾਅ ਕਰੋ, ਆਪਣੇ ਜਿਹੜੇ ਆਲੇ ਦੁਆਲੇ ਬਜ਼ੁਰਗ ਆ ਜਿਹੜੇ ਕੋਈ ਠੀਕ ਨਹੀਂ ਆਉਂਦੇ ਉਹਨਾਂ ਦੀ ਸਹਾਇਤਾ ਕਰੋ। ਆਪਣੀ ਗਲੀ ਵਿੱਚ, ਆਪਣੇ ਸ਼ਹਿਰ ਦੇ ਵਿੱਚ, ਆਪਣੇ ਜਿੱਥੇ ਵੀ ਤੁਸੀਂ ਹੈਗੇ ਆ, ਆਪਣੇ ਆਂਢ ਗੁਆਂਢ ਦੇ ਵਿੱਚ, ਜਿਹੜਾ ਮਰਜ਼ੀ ਕੋਈ ਧਰਮ ਦਾ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਹਿੰਦੂ ਹੋਵੇ, ਉਹਦੀ ਮਦਦ ਕਰੋ, ਕਿਉਂਕਿ ਇਹ ਸਮਾਂ ਬਹੁਤ ਸਾਰੀ ਇਨਸਾਨੀਅਤ 'ਤੇ ਆਇਆ ਬਹੁਤ ਮਾੜਾ। ਤਾਂ ਜਿਹੜੇ ਸਾਡੇ ਸੇਵਾਦਾਰ ਸਾਰੀ ਦੁਨੀਆ 'ਤੇ ਲੱਗੇ ਹੋਏ ਇਸ ਵੇਲੇ, ਆਸਟ੍ਰੇਲੀਆ, ਪੰਜਾਬ, ਇੰਡੀਆ ਵੱਲ, UK, ਯੂਰਪ 'ਚ ਵੀ, ਕਨੇਡਾ, ਅਮਰੀਕਾ, ਉਹਨਾਂ ਤੋਂ ਬਹੁਤ ਧੰਨਵਾਦ। ਉਹ ਆਪਣੀ ਸੇਫਟੀ ਨਹੀਂ ਦੇਖਦੇ ਨੇ, ਮੂਹਰੇ ਹੋ ਕੇ ਸੇਵਾ ਕਰ ਰਹੇ ਆ ਇਨਸਾਨੀਅਤ ਦੀ। ਸੋ 21 ਸਾਲ ਪਹਿਲਾਂ ਜਦੋਂ ਖਾਲਸਾ ਏਡ ਸ਼ੁਰੂ ਹੋਈ, ਉੱਥੇ ਕੋਈ ਮੀਡੀਆ ਨਹੀਂ ਸੀਗਾ, ਸੋਸ਼ਲ ਮੀਡੀਆ, ਨਾ ਕਿਸੇ ਸਾਡੇ ਕੋਈ ਚੈਨਲ ਨੇ ਸਾਡਾ ਹੱਥ ਫੜਿਆ, ਨਾ ਕੋਈ ਆਪਣਾ ਕੋਈ ਚੈਨਲ ਸੀਗਾ ਉਸ ਵੇਲੇ, ਨਿਊਜ਼ ਚੈਨਲ ਜਾਂ ਕੋਈ ਕਹਿ ਲਓ ਕੋਈ ਜਿੱਦਾਂ ਅੱਜ ਕੱਲ੍ਹ ਸਿੱਖਾਂ ਦੇ ਬਹੁਤ ਚੈਨਲ ਆ। ਨਾ ਫੇਸਬੁੱਕ ਸੀ, ਨਾ ਟਵਿੱਟਰ ਸੀ, ਨਾ ਇੰਸਟਾਗ੍ਰਾਮ ਸੀ। 8-9 ਸਾਲ ਕੋਈ ਇੰਸਟਾਗ੍ਰਾਮ ਨਹੀਂ ਸੀ, ਬਹੁਤ ਧੱਕੇ ਖਾਧੇ। ਪਹਿਲਾਂ 10 ਸਾਲ ਸਾਰੇ ਤੋਂ ਜ਼ਿਆਦਾ ਧੱਕੇ ਪਹਿਲਾਂ 10 ਸਾਲ ਖਾਧੇ, ਅਤੇ 2009-10 ਤੋਂ ਮਗਰੇ ਮੜ ਜਿਹੀ ਕੰਮ ਸੌਖਾ ਹੋਣ ਲੱਗ ਪਿਆ। ਸੰਗਤ ਨੂੰ ਲੱਗ ਗਿਆ ਪਤਾ ਭਈ ਸੋਸ਼ਲ ਮੀਡੀਆ ਸਾਰੀ ਅਸੀਂ ਕੀ ਕਰਦੇ। ਖਾਲਸਾ ਇੱਕ ਦੁਨੀਆ ਦੀ ਪਹਿਲੀ ਸੰਸਥਾ ਇੱਦਾਂ ਦੀ ਜਿਹੜੀ ਭਈ ਇਨਸਾਨੀਅਤ ਤੌਰ 'ਤੇ ਜਿਹੜੀ ਸ਼ੁਰੂ ਹੋਈ ਸੀ ਸਿੱਖਾਂ ਵੱਲੋਂ, ਫਿਰ ਬਾਕੀ ਬਹੁਤ ਮਗਰੋਂ ਆ ਗਈਆਂ, ਉਹ ਵੀ ਬਹੁਤ ਵਧੀਆ। ਅਸੀਂ ਵੀ ਕਹਿੰਦੇ ਆਓ, ਪਰ ਤੁਸੀਂ ਇੱਕ ਦੂਜੇ ਨੂੰ ਥੱਲੇ ਨਾ ਲਾਓ, ਨਾ ਇੱਕ ਦੂਜੇ ਦੇ ਖਿਲਾਫ ਝੂਠ ਬੋਲੋ। ਕੁਝ ਖਾਲਸਾ ਏਡ ਨੇ ਇੱਕ ਚੀਜ਼ ਸ਼ੁਰੂ ਕੀਤੀ ਉਸ ਵੇਲੇ ਵੀ ਅਸੀਂ ਸਾਰੇ ਸੰਤ ਸਿਪਾਹੀ ਹਾਂ, ਅਸੀਂ ਸਾਰੇ ਖਾਲਸਾ ਏਡ ਹਾਂ। ਜਦੋਂ ਮੈਨੂੰ ਕੋਈ ਦਿਸਦਾ ਕੋਈ ਸੇਵਾ ਚੰਗੀ ਕਰਦਾ ਹੋਵੇ, ਕੋਈ ਗਰੁੱਪ ਹੋਵੇ, ਕੋਈ ਇੰਡੀਵਿਜੂਅਲ ਲੈਵਲ 'ਤੇ ਹੋਵੇ, ਅਸੀਂ ਕਹਿੰਦੇ ਸਪੋਰਟ ਕਰੋ ਉਹਨਾਂ ਨੂੰ। ਮੈਂ ਕਦੀ ਨਹੀਂ ਕਿਹਾ ਵੀ ਸਾਨੂੰ ਪੈਸੇ ਦਿਓ। ਸੋ ਪਹਿਲੇ 10 ਸਾਲ ਬਹੁਤ ਔਖੇ ਸੀਗੇ। ਮੇਰੇ ਖਿਆਲ ਬਹੁਤ ਘੱਟ ਹੀ ਸੰਗਤ ਨੂੰ ਸਮਝ ਆਊਗੇ ਵੀ ਕਿੰਨੀ ਮੁਸ਼ਕਿਲ ਸੀ ਉਸ ਵੇਲੇ, ਕਿ ਦੁਨੀਆ 'ਤੇ ਜਾਣਾ, ਬੈਗ ਫੜ ਲੈਣਾ, ਪਾਸਪੋਰਟ ਹੋਣਾ, ਪਤਾ ਨਹੀਂ ਭਈ ਕੋਈ ਨਾ ਮੀਡੀਆ ਨਾ ਕੁਛ ਹੋਰ, ਇਕੱਲੇ ਨੇ ਜਾਣਾ, ਇਕੱਲੇ ਨੇ ਆ ਜਾਣਾ। ਅਤੇ ਨਾਲ ਕਈ ਵਾਰੀ ਸਾਡੇ ਇੱਕ ਭਾਈ ਅਮਰੀਕ ਸਿੰਘ ਹੇਸ ਤੋਂ ਹੁੰਦੇ ਸੀਗੇ, ਗੁਜਰਾਤ ਗਏ, ਭਾਈ ਪਰਮਿੰਦਰ ਸਿੰਘ ਬੈਂਸ ਹੁਣ ਨਿਊਜ਼ੀਲੈਂਡ ਆ, ਅਤੇ 2-3 ਪਹਿਲਾਂ ਵੀ ਸਾਡੇ ਨਾਲ ਬਹੁਤ ਸਾਥ ਦਿੱਤਾ ਜਿਹਨਾਂ ਨੇ ਸ਼ੁਰੂ ਤੋਂ। ਪਰ ਜਿੱਥੇ ਵੀ ਧੱਕੇ ਵੀ ਖਾਧੇ ਜਾ ਕੇ, ਉਹ ਵੀ ਭਈ ਆਪਣੀ ਭਈ ਦੱਸੀਏ ਭਈ ਕੌਮ ਕੌਣ ਆ, ਅਸੀਂ ਪੰਜਾਬੀ ਕੌਣ, ਸਿੱਖ ਕੌਣ ਆ, ਸਰਬੱਤੇ ਭਲੇ ਦਾ ਮਤਲਬ ਕੀ ਆ। 21 ਸਾਲ ਦੇ ਵਿੱਚ ਬਹੁਤ ਕੁਛ ਦੇਖਿਆ, ਝਗੜੇ ਦੇਖੇ, ਕੋਟ ਕਟਾਪੇ ਦੇਖੇ, ਆਪਣੇ ਪੰਥ ਦੇ ਵਿੱਚ, ਆਪਣੀ ਕਮਿਊਨਿਟੀ ਵਿੱਚ ਬਹੁਤ ਹੀ ਕਹਿ ਲਓ ਭਈ ਮਾੜੇ ਸਮੇਂ ਦੇਖੇ, ਚੰਗੇ ਸਮੇਂ ਦੇਖੇ, ਲੜਾਈਆਂ ਬਹੁਤ ਦੇਖੀਆਂ, ਝਗੜੇ ਬਹੁਤ ਦੇਖੇ। ਪਰ ਖਾਲਸਾ ਏਡ ਡਟ ਕੇ ਮੂਹਰੇ ਹੋ ਕੇ ਸੇਵਾ ਕਰਦੇ ਰਹੇ। ਸੋ ਕਈ ਵਾਰੀ ਦੇਖਦੇ ਭਈ ਚੀਜ਼ ਜੋ ਬਣੀ ਬਣਾਈ ਮਿਲਦੀ ਆ, ਉਹਦੀ ਰਿਸਪੈਕਟ ਨਹੀਂ ਹੁੰਦੀ। ਜਿਹੜੀ ਭਈ ਚੀਜ਼ ਬਣਾਉਂਦੇ ਆ ਉਹਨੂੰ ਪਤਾ ਹੁੰਦਾ ਭਈ ਕੀ ਪੈਸ਼ਨ ਆ, ਕੀ ਵਿੱਚ ਪਿਆਰ ਹੁੰਦਾ, ਕੀ ਵਿੱਚ ਮਿਹਨਤ ਕਰਨੀ ਪੈਂਦੀ ਆ। ਅੱਜ ਕੱਲ੍ਹ ਵੀ ਸਾਡੇ ਟੀਮਾਂ 'ਚ ਹੈਗੇ ਆ ਜਿਹਨੂੰ ਪਤਾ ਨਹੀਂ ਗਾ ਭਈ ਕਿੰਨਾ ਸਖਤ ਸਮਾਂ ਕੱਢਿਆ ਖਾਲਸਾ ਬਣਾਉਣ ਨੂੰ। ਤਾਂ ਕਈ ਵਾਰੀ ਸਾਡੀ ਟੀਮ 'ਚ ਇਹ ਵੀ ਹੁੰਦੇ ਆ ਜਿਹੜੇ ਅੱਜ ਕੱਲ੍ਹ ਸਾਡੇ ਪੋਸਟ ਵੀ ਨਹੀਂ ਸ਼ੇਅਰ ਕਰੂਗੇ, ਪਰ ਸਾਨੂੰ ਆਪਣੇ ਆਪ ਨੂੰ ਖਾਲਸਾ ਏਡ ਕਹਿੰਦੇ ਆ। ਅੱਜ ਕੱਲ੍ਹ ਰਵੀ ਸਿੰਘ ਨਾਲ ਗੱਲ ਵੀ ਨਹੀਂ ਕਰਦੇ। ਤੁਸੀਂ ਆਪੇ ਦੇਖ ਲਓ, ਜਿਹੜੇ ਆਪਣੇ ਨੂੰ ਦੁਨੀਆ 'ਚ ਕਹਿੰਦੇ ਆ ਖਾਲਸਾ ਏਡ ਆ, ਅਤੇ ਉਹ ਖਾਲਸਾ ਏਡ ਨਾਲ ਸਾਡੇ ਪੋਸਟ ਸ਼ੇਅਰ ਕਰਦੇ ਆ, ਨਾ ਕਦੀ ਰਵੀ ਸਿੰਘ ਦੀ ਗੱਲ ਕਰਨੀ ਆ। ਉਹੀ ਗੱਲ ਆ ਜਾਂਦੀ ਵਿੱਚ ਨਾ, ਜੋ ਅਸੀਂ ਨਿਕਲਣੀ ਚਾਹੁੰਦੇ ਸੀਗੇ, ਕੱਢਣੀ ਚਾਹੁੰਦੇ ਸੀਗੇ, ਚੌਧਰ, ਹੋਮੇ ਅਤੇ ਵਿੱਚ ਮੈਂ ਭਈ ਕਈ ਵਾਰੀ ਕਹਿਣ ਲੱਗ ਪੈਂਦੇ ਆ ਅਸੀਂ ਸਾਰਾ ਕੁਛ ਬਣਾਇਆ, ਸਾਨੂੰ ਕਿਸੇ ਦੀ ਲੋੜ ਨਹੀਂ ਗੀ ਹੁਣ,
ਜਦੋਂ ਬਣੀ ਬਣਾਈ ਚੀਜ਼ ਮਿਲਦੀ ਰਿਸਪੈਕਟ ਨਹੀਂ ਹੁੰਦੀ। ਲੋੜ ਸਾਰਿਆਂ ਦੀ ਆ। ਜਿਹੜਾ ਬੰਦਾ ਰਿਸਪੈਕਟ ਨਹੀਂ ਕਰਦਾ ਮਿਹਨਤ ਦੀ, ਉਹ ਬੰਦਾ ਕੁਛ ਨਹੀਂ ਹੁੰਦਾ। ਸਾਡੇ ਮੋਹਰੇ ਹੋ ਕੇ ਹਰਪ੍ਰੀਤ ਸਿੰਘ ਆਸਟ੍ਰੇਲੀਆ, ਅਮਰਪ੍ਰੀਤ ਸਿੰਘ ਪੰਜਾਬ ਵੱਲ, ਇੰਡੀਆ ਵੱਲ, ਓਮਰ ਸਿੰਘ ਅਤੇ ਅੰਮ੍ਰਿਤ ਕੌਰ USA, ਕੈਨੇਡਾ ਵੱਲ ਜਤਿੰਦਰ ਸਿੰਘ, ਅਤੇ ਨਾਲ ਸੇਵਾ ਦਾ ਸਾਰੇ ਜੁੜੇ ਹੋ ਆ, ਬਹੁਤ ਡਟ ਕੇ ਸੇਵਾ ਕਰ ਰਹੇ ਆ। ਪਰ ਸਾਡੇ ਵਿੱਚ ਵੀ ਕਮੀਆਂ ਹੋਣੀਆਂ ਜਿਹੜੀਆਂ ਭਈ ਸ਼ਾਇਦ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹ ਕਮੀਆਂ ਠੀਕ ਰਹਿਣ। ਖਾਲਸਾ ਇੱਕ ਪਲੈਟਫਾਰਮ ਬਣ ਗਿਆ ਸੀਗਾ ਦੁਨੀਆ ਦੀ ਸੇਵਾ ਲਈ, ਆਪਣੀ ਸੰਗਤ ਦੀ ਸੇਵਾ ਕਰਨ ਲਈ, ਵੀ ਜਿੱਥੇ ਵੀ ਤੁਸੀਂ ਹੈਗੇ ਤੁਸੀਂ ਸੇਵਾ ਕਰ ਸਕਦੇ ਹੋ। ਇਹ ਕਿਸੇ ਬੰਦੇ ਦੀ ਨਹੀਂ ਗੀ। ਇਹ ਤੁਸੀਂ ਵਹਿਮ ਕੱਢ ਦਿਓ ਵਿੱਚੋਂ ਵੀ ਖਾਲਸਾ ਕਿਸੇ ਬੰਦੇ ਦੀ ਆ। ਜਿੱਥੇ ਲੋੜ ਆ, ਜਿੱਥੇ ਸਾਡੀ ਟੀਮ ਆ, ਬਹੁਤ ਪਿਆਰ ਨਾਲ, ਬਹੁਤ ਸਤਿਕਾਰ ਨਾਲ, ਜਿਹੜਾ ਕੋਈ ਅਮੀਰ ਹੋਵੇ ਕੋਈ ਗਰੀਬ ਹੋਵੇ, ਉਹਨਾਂ ਬਰਾਬਰ 'ਤੇ ਗੱਲ ਕਰਨੀ ਆ। ਜੇ ਤੁਹਾਨੂੰ ਲੱਗਦਾ ਭਈ ਤੁਹਾਨੂੰ ਕੋਈ ਆਪਣਾ ਸਾਡੇ ਦੁਨੀਆ ਵਿੱਚ ਸੇਵਾਦਾਰ ਲੱਗੇ ਮੋਹਰੇ, ਤੁਹਾਨੂੰ ਚੱਜ ਨਾਲ ਗੱਲ ਨਹੀਂ ਕਰਦੇ, ਤੁਹਾਡੀ ਗੱਲ ਨਹੀਂ ਸੁਣਦੇ, ਤੁਸੀਂ ਮੇਰੇ ਕੋਲ ਬਿਲਕੁਲ ਤੁਸੀਂ ਮੈਨੂੰ ਚਿੱਠੀ ਪਾ ਸਕਦੇ ਆ। ਕਿਉਂਕਿ ਕੋਈ ਨਹੀਂ ਉੱਚਾ ਵੀ ਨਾ ਕੋਈ ਨੀਵਾਂ। ਜਿੰਨੇ ਮਰਜ਼ੀ ਧੱਕੇ ਖਾਦੇ ਹੋਵੇ ਅਸੀਂ, ਇਹ ਖਾਲਸਾ ਮੇਰੀ ਨਹੀਂ ਗੀ, ਇਹ ਤੁਹਾਡੀ ਆ। ਕਈ ਵਾਰੀ ਅਸੀਂ ਵਿੱਚ ਆ ਜਾਂਦੇ ਹਾਂ ਵੀ ਲਓ ਜੀ ਮੋਹਰੇ ਹੋਇਆ ਸਿੰਘ ਜਾਂ ਸਿੰਘਣੀ, ਸਾਰਾ ਕੁਝ ਉਹੀ ਚੱਲਦਾ। ਹੁਣ ਚੌਧਰ ਬਣ ਗਏ, ਚੌਧਰ ਮਿਲ ਗਈ ਆ, ਸਾਹਿਬ ਬਣ ਗਏ, ਅਤੇ ਅਸੀਂ ਇਹ ਬਣ ਗਏ। ਨਾ, ਕੁਛ ਨਹੀਂ ਬਣੇ ਅਸੀਂ ਬਸ ਬੰਦੇ ਬਣੇ ਆ, ਗੁਰੂ ਦੇ ਬੰਦੇ, ਬਸ ਹੋਰ ਨਹੀਂ ਕੁਛ ਬਣੇ ਤੁਹਾਡੇ ਕਰਕੇ। ਸੋ ਜੋ ਤੁਸੀਂ 21 ਸਾਲ ਪਿਆਰ ਦਿੱਤਾ, ਸਤਿਕਾਰ, ਉਹ ਅਸੀਂ ਮੇਰੇ ਖਿਆਲ ਹੁਣ 21 ਸਾਲ ਦੇ ਵਿੱਚ ਬਹੁਤ ਕੁਛ ਦੇਖਿਆ। ਅਸੀਂ ਕਦੇ ਉਹ ਕਦੀ ਮੋੜ ਨਹੀਂ ਸਕਦੇ ਭਈ ਇੰਨਾ ਪਿਆਰ। ਦੇਖੋ ਤੁਸੀਂ ਯਕੀਨ ਕੀਤਾ, ਤੁਸੀਂ ਸਾਡੇ ਜਿਹੜਾ ਭਈ ਵਿਜ਼ਨ ਸੀ ਦੇਖੀ, ਪੰਜਾਬ 'ਚ ਬੈਠੇ ਪਿੰਡਾਂ ਦੇ ਵਿੱਚ ਹਰ ਲੋਕਾਂ ਨੂੰ ਪਤਾ ਖਾਲਸਾ ਏਡ ਕੀ ਆ। ਨਾ ਪਰਸਨਲੀ ਮੈਨੂੰ ਨਾ ਕੋਈ ਪਾਵਰ ਦਾ ਲਾਲਚ ਆ, ਨਾ ਪੈਸੇ ਦਾ ਲਾਲਚ ਆ, ਪਰ ਸਾਡੀ ਟੀਮਾਂ 'ਚ ਹੋਊਗੇ, ਕਮੀ ਵੀ ਹੋਊਗੀ। ਜਿੱਥੇ ਭਈ ਕਈ ਵਾਰੀ ਬੰਦੇ ਨੂੰ ਜ਼ਿਆਦਾ ਗੱਲ ਚੜ੍ਹ ਜਾਂਦੀ ਸਿਰ ਦੇ ਵਿੱਚ, ਮੈਂ ਸਾਰਾ ਕੁਛ ਕਰ ਰਿਹਾ, ਨਹੀਂ ਤੁਸੀਂ ਕਰ ਰਹੇ ਆ। ਜਦ ਤੱਕ ਅਸੀਂ ਜੀਂਦੇ ਹਾਂ ਅਸੀਂ ਪਹਿਰਾ ਦੇਵਾਂਗੇ। ਜੇ ਅਸੀਂ ਨਹੀਂ ਹੋਵਾਂਗੇ ਦੁਨੀਆ ਦੇ ਵਿੱਚ, ਉਹ ਪਹਿਰਾ ਤੁਸੀਂ ਦੇਣਾ। ਖਾਲਸਾ ਜਿਹੜੀ ਕੋਈ ਬਣੀ ਚੀਜ਼ ਕਦੀ ਨਹੀਂ ਬਣੂਗੀ ਭਈ ਇੱਕ ਬੰਦਾ ਕੰਟਰੋਲ ਕਰੂਗਾ, ਕਦੀ ਨਹੀਂ। ਜਦੋਂ ਚੀਜ਼ ਬਣ ਲੱਗ ਪਈ ਅਸੀਂ ਬੋਲਾਂਗੇ ਪਹਿਲਾਂ। ਸਾਡੀਆਂ ਸਾਰੀਆਂ ਟੀਮਾਂ ਵਾ ਮਿਹਨਤ ਵਾਲੀਆਂ, ਨਿਮਰਤਾ ਵਾਲੇ, ਮੋਹਰੇ ਹੋ ਕੇ ਚੁੱਪ ਕਰਕੇ ਸੇਵਾ ਕਰ ਰਹੇ। ਹੁਣ ਜਤਿੰਦਰ ਸਿੰਘ ਕੈਨੇਡਾ ਮੈਨੂੰ 21 ਸਾਲ ਦਾ ਜਾਣਦਾ, ਓਮਰ ਸਿੰਘ ਮੇਰੇ ਖਿਆਲ 8-10 ਸਾਲ ਦੇ ਜਾਣਦੇ। ਇੱਧਰੋਂ ਹਰਪ੍ਰੀਤ ਸਿੰਘ ਆਸਟ੍ਰੇਲੀਆ ਦੇ 4-5 ਸਾਲ ਹੋ ਗਏ ਬਹੁਤ ਸੇਵਾ ਕਰਦੇ ਨਾਲ। ਉੱਧਰੋਂ ਅਮਰਪ੍ਰੀਤ ਸਿੰਘ ਜਦੋਂ ਨਿੱਕਾ ਹੁੰਦਾ ਸੀ, ਅਮਰਪ੍ਰੀਤ ਪੰਜਾਬ ਤੋਂ 2012 ਤੋਂ, ਬਹੁਤ ਛੋਟੀ ਉਮਰ ਸੀ, ਨਾਲ ਜੁੜੇ ਹੋ ਆ। ਸੋ ਸਾਡਾ ਕੋਈ ਇਹਦੇ ਵਿੱਚ ਬੰਦਾ ਕੋਈ ਨਾ ਕੋਈ ਲਾਲਚੀ ਆ, ਨਾ ਕੋਈ ਖਾਣ ਪੀਣ ਵਾਲਾ, ਵੀ ਨਾ ਕੋਈ ਚੌਧਰ ਵਾਲਾ। ਪਰ ਜਦੋਂ ਆਊਗੀ ਇਹ ਕਮੀ, ਤੁਸੀਂ ਸਾਨੂੰ ਸੰਭਾਲਣਾ, ਤੁਸੀਂ ਸਾਡੇ ਕੰਨ ਖਿੱਚਣੇ। 21 ਸਾਲ ਬਾਅਦ ਦੁਨੀਆ 'ਚ ਕੀ ਕਮਾਇਆ? ਸਾਡੀ ਇਰਾਕ ਦੇ ਵਿੱਚ ਟੀਮ ਆ ਸੂਜ਼ਨ, ਉਹ ਹੈਗੀ ਇਰਾਕ ਦੀ ਕਰਡਿਸ਼ ਮੁਸਲਮਾਨ ਕੁੜੀ ਆ। ਅੱਜ ਮੈਸੇਜ ਆਇਆ 21 ਸਾਲ ਦੀਆਂ ਵਧਾਈਆਂ। ਫਿਰ ਬਹੁਤ ਮੈਨੂੰ ਮਾਣ ਆ ਵੀ ਮੈਂ ਖਾਲਸਾ ਨਾਲ ਜੁੜੀ ਹਾਂ। ਦੁਨੀਆ ਦੇ ਹਰ ਪਾਸੇ ਜਿੱਥੇ ਵੀ ਸਾਡੀਆਂ ਟੀਮਾਂ ਪਹੁੰਚੀਆਂ, ਜਿੱਥੇ ਵੀ ਸਿੱਖ ਪਹੁੰਚੇ ਸੇਵਾ ਕਰਨ, ਉੱਥੇ ਬਹੁਤ ਪਿਆਰ ਸਤਿਕਾਰ, ਬਹੁਤ ਹੀ ਬਹੁਤ ਪਿਆਰ। ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਜਿੰਨਾ ਪਿਆਰ ਮਿਲਦਾ ਜਦੋਂ ਅਸੀਂ ਪੰਜਾਬ ਆਈਦਾ ਜਾਂ ਕਿਤੇ ਘੁੰਮੀਦਾ ਬਾਹਰ ਜਾ ਕੇ ਜਾਂ ਕੁਛ ਕੰਮ ਕਰੀਦਾ। ਬਹੁਤ ਸੰਗਤ ਮਿਲਦੀ ਰੋਡਾਂ 'ਤੇ, ਸਟਰੀਟਾਂ 'ਤੇ, ਪਿਆਰ ਬਹੁਤ। ਇਹ ਸਾਨੂੰ ਪਿਆਰ ਹੀ ਚਾਹੀਦਾ, ਤੁਹਾਡੇ ਆਸ਼ੀਰਵਾਦ ਅਤੇ ਪਿਆਰ ਚਾਹੀਦਾ ਬਹੁਤ ਹੀ। ਜਿੱਦਾਂ ਵੀ ਕਹਿ ਲਓ, ਜਦੋਂ ਸ਼ੁਰੂ ਕੀਤੀ ਖਾਲਸਾ ਮੈਂ ਬਹੁਤ ਸਮਝਾਈ, ਉਸ ਵੇਲੇ ਸਮਝਾਇਆ ਸੰਗਤ ਨੂੰ ਵੀ ਅਸੀਂ ਖਾਲਸੇ ਦੀ ਮਿਸ਼ਨ ਕੀ ਆ। 21 ਸਾਲ ਪਹਿਲਾਂ ਮੈਨੂੰ ਪਤਾ, ਮੈਂ ਉਸ ਬਾਲਟੀ ਲੈ ਕੇ ਜਾਣਾ, ਉਹ ਸਾਡੇ ਕੋਲ 5 ਪੌਂਡ 2 ਪੌਂਡ ਵੀ ਨਹੀਂ ਸੀਗੇ, ਬਾਲਟੀ ਫੜਨੀ ਪਈ। ਖਾਲਸਾ ਸਾਡੇ ਸੀ ਸ਼ੁਰੂ ਕਰਨ ਲੱਗੇ ਹਾਂ ਇੱਕ ਸੰਸਥਾ, ਇੱਦਾਂ ਬਾਲਟੀ ਫੜ ਲੈਣੀ ਆ ਅਤੇ ਤੁਸੀਂ ਦਿਨਾਂ 'ਚ ਦੇ ਦਿਓ। ਸੰਗਤ ਨੂੰ ਸਮਝਾਉਣਾ ਵੀ ਖਾਲਸਾ ਇੱਕ ਸੰਸਥਾ ਬਣਨੀ ਆ, ਵੀ ਦੁਨੀਆ ਦੇ ਵਿੱਚ ਅਸੀਂ ਇੱਕ ਸੇਵਾ ਕਰਨੀ ਆ, ਦੁਨੀਆ ਬਦਲਣੀ ਅਸੀਂ ਖਾਲਸਾ ਨੇ। ਅਸੀਂ ਜਾ ਕੇ ਮਦਦ ਕਰਨੀ ਲੋਕਾਂ ਦੀ ਖਾਲਸਾ ਵੱਲੋਂ, ਭਈ ਸਰਬੱਤ ਦਾ ਭਲਾ ਕੀ ਆ, ਭਾਈ ਕਨ੍ਹਈਆ ਦੀ ਮਿਸ਼ਨ ਕੀ ਸੀਗੀ, ਵੰਡ ਕੇ ਛਕਣਾ ਕੀ, ਜਿੱਥੇ ਭੁੱਖ ਲੱਗੀ ਹੋ, ਜਿੱਥੇ ਰਿਫਿਊਜੀ। ਪਰ ਉਸ ਵੇਲੇ ਕਈ ਸੰਗਤ ਨੇ ਸਮਝਿਆ ਨੀਗਾ। ਮੈਨੂੰ 5 ਪੌਂਡ ਦੇਣੇ ਨੇ, 10 ਪੌਂਡ ਦੇ ਦੇਣੇ, 2 ਪੌਂਡ ਦੇਣੇ, ਕਹਿਣਾ ਲਓ ਜੀ ਆ ਗਏ ਬਾਲਟੀ ਚੱਲ ਜਾਓ। ਮੇਰੇ ਖਿਆਲ ਸੰਗਤ ਨੂੰ 4-5 ਸਾਲ ਲੱਗੇ ਸਮਝਣ ਨੂੰ ਭਈ ਇੱਕ ਅਸੀਂ ਪਲੈਟਫਾਰਮ ਬਣਾ ਰਹੇ ਹਾਂ, ਇੱਕ ਇੰਸਟੀਟਿਊਸ਼ਨ ਬਣਾ ਰਹੇ ਹਾਂ, ਇੱਕ ਇਹ ਇੱਦਾਂ ਦੀ ਚੀਜ਼ ਬਣਾ ਰਹੇ ਦੁਨੀਆ ਦੇ ਵਿੱਚ ਭਈ ਜਿਹੜੀ ਭਈ ਸਿੱਖਾਂ ਨੂੰ ਭਈ ਮਾਣ ਹੋਊਗਾ। ਨਾ ਉਹਦੇ ਕੋਈ ਕਿਸੇ ਦਾ ਇੱਕ ਬੰਦੇ ਦਾ ਮੂਹਰੇ ਨਾ ਹੋਊਗਾ, ਨਾ ਵੀ ਰਵੀ ਸਿੰਘ ਜਾਂ ਰਵਿੰਦਰ ਸਿੰਘ ਸਿੱਧੂ ਕੁਛ ਦਾ ਅਸੀਂ ਏਡ ਨਹੀਂ ਰੱਖੀ, ਖਾਲਸਾ ਏਡ ਰੱਖਿਆ।
ਨਾ ਕੋਈ ਮੂਹਰੇ ਕੋਈ ਬਾਬਾ ਬਣ ਕੇ ਬੈਠੂਗਾ, ਸਾਰੇ ਪੈਸੇ ਕਮਾਈ ਜਾਣੇ, ਕੋਈ ਅਕਾਊਂਟੇਬਿਲਿਟੀ ਨਹੀਂ ਹੋਣੀ। ਕਰ ਸਕਦੇ ਸੀਗੇ, ਹੁਣ ਵੀ ਮੈਂ ਕਰ ਸਕਦਾ, ਹੁਣ ਵੀ ਮੈਂ ਬਹਿ ਸਕਦਾ, ਪੈਸੇ ਦਿਓ ਮੈਨੂੰ, ਤੁਸੀਂ ਪੈਸੇ ਦੇ ਦੋਗੇ ਮੈਨੂੰ। ਪਰ ਅਸੀਂ ਇੱਕ ਚੀਜ਼ ਬਣਾਈ ਆ, ਜਿਹੜੀ ਚੀਜ਼ ਹੁਣ ਇਹਦੇ 4-5 ਪਹਿਰੇਦਾਰ ਆ। ਇੱਕ ਅਮਰਪ੍ਰੀਤ ਇੰਡੀਆ ਦੇ ਵਿੱਚ, ਇੱਕ ਹਰਪ੍ਰੀਤ ਆਸਟ੍ਰੇਲੀਆ ਦੇ ਵਿੱਚ, ਜਤਿੰਦਰ ਸਿੰਘ ਕੈਨੇਡਾ ਵਿੱਚ, ਅੰਮ੍ਰਿਤ ਕੌਰ ਤੇ ਅਮਰ ਸਿੰਘ ਇੱਥੇ ਅਮਰੀਕਾ ਵਿੱਚ, ਤੇ ਯੂਰਪ ਵਿੱਚ ਵੀ ਸਾਡੇ ਜਿਹੜੇ ਸੇਵਾਦਾਰ ਆ ਸਾਰੇ ਪਾਸੇ, ਸਾਰੇ ਸੇਵਾਦਾਰ, ਤੁਸੀਂ ਪੰਜਾਬ ਦੇ ਕਹਿ ਲਓ, ਯੂਰਪ 'ਚ ਕਹਿ ਲਓ, ਅਮਰੀਕਾ, UK 'ਚ। ਹੁਣ ਸਾਡੇ 4-5 ਪਹਿਰੇਦਾਰ ਬਣੇ ਹੋ ਆ। ਨਾ ਜਥੇਦਾਰ ਬਣੇ ਅਸੀਂ, ਤੇ ਨਾ ਅਸੀਂ ਬਾਬੇ ਬਣੇ, ਅਸੀਂ ਪਹਿਰੇਦਾਰ ਬਣੇ ਹੋ ਆ। ਇੱਕ ਪਹਿਰਾ ਦੇ ਰਹੇ ਹਾਂ ਇੱਕ ਸੰਸਥਾ ਉੱਪਰ, ਭਈ ਹਮਲਾ ਨਾ ਹੋਵੇ ਵਿੱਚੋਂ, ਉੱਪਰੋਂ ਆ ਕੇ ਕੋਈ ਖਰਾਬ ਨਾ ਕਰੇ। ਕਿਉਂਕਿ ਖਾਲਸਾ ਏਡ ਦਾ ਮਿਸ਼ਨ ਹੀ ਇੱਕ ਇਹ ਸੀਗਾ ਵੀ ਅਸੀਂ ਦੁਨੀਆ ਬਦਲਣੀ, ਪਰ ਅਸੀਂ ਇੱਦਾਂ ਬਦਲਣੀ ਪਿਆਰ ਦੇ ਨਾਲ। ਪਰ ਅਸੀਂ ਜਿੱਥੇ ਇਨਸਾਨੀਅਤ ਦੀ ਗੱਲ ਕਰਨੀ, ਜਿੱਥੇ ਹਿਊਮਨ ਰਾਈਟਸ ਦੀ ਗੱਲ ਕਰਨੀ, ਮੂੰਹ ਨਹੀਂ ਬੰਦ ਕਰਨਾ। ਜਿੱਥੇ ਗਲਤ ਹੈ ਉੱਥੇ ਗਲਤ ਹੀ ਕਹਿਣਾ। ਜੇ ਨਹੀਂ ਵੀ ਸਾਨੂੰ ਪੈਸੇ ਦੇਣੇ, ਨਾ ਦੇਵੋ ਪੈਸੇ। ਅਸੀਂ ਕਦੀ ਪੈਸੇ ਪਿੱਛੇ ਦੌੜੇ ਨਹੀਂ ਗਏ। ਤੁਸੀਂ ਸਾਨੂੰ ਹਰ ਵਾਰੀ ਸਪੋਰਟ ਕੀਤਾ। ਬਿਜ਼ਨਸਮੈਨ ਦੇਖੋ ਕਿੰਨੇ ਹੁਣ ਆਸਟ੍ਰੇਲੀਆ ਵਿੱਚ, ਅਮਰੀਕਾ ਵਿੱਚ, ਕੈਨੇਡਾ ਵਿੱਚ, UK ਵਿੱਚ, ਪੰਜਾਬ ਵਿੱਚ ਕਿੰਨੇ ਬਿਜ਼ਨਸਮੈਨ ਮੂਹਰੇ ਆ ਕੇ ਸਪੋਰਟ ਕਰ ਰਹੇ ਸਾਨੂੰ। ਮੈਂ ਨਾਮ ਹੀ ਲੈ ਸਕਦਾ ਜਿੰਨੇ ਬਿਜ਼ਨਸਮੈਨ ਸਾਨੂੰ ਸਪੋਰਟ ਕਰ ਰਹੇ ਇਸ ਵੇਲੇ। ਪਰ ਅਸੀਂ ਕਦੀ ਚਿੱਠੀ ਨਹੀਂ ਪਾਈ ਉਹਨਾਂ ਨੂੰ ਸਾਨੂੰ ਪੈਸੇ ਦਿਓ। ਕਈ ਸੰਸਥਾ ਹੈਗੀਆਂ ਜਿਹਨੇ ਝੂਠ ਬਹੁਤ ਬੋਲਿਆ, ਮੈਂ ਉਹਨਾਂ ਨੂੰ ਲਿਖਿਆ ਵੀ ਆ, ਪੈਸੇ ਪੈਸੇ, ਹਰ ਚੀਜ਼ 'ਤੇ ਪੈਸੇ। ਹੁਣ ਕਿਤੇ ਲੰਗਰ ਲਾਉਣਾ ਆ, ਹੁਣ ਸਾਡੀ ਟੀਮ ਦੇਖੋ ਪੰਜਾਬ ਦੀ ਕਿੰਨਾ ਕੰਮ ਕਰ ਰਹੀ ਆ, ਅਮਰੀਕਾ 'ਚ ਕਿੰਨਾ। ਉਹਨੇ ਇਹ ਨਹੀਂ ਕਿਹਾ ਲਓ ਜੀ ਸੰਗਤ ਜੀ ਅਸੀਂ ਲੰਗਰ ਲਾਉਣਾ, ਸਾਨੂੰ ਪੈਸੇ ਦੇਵੋ। ਲੰਗਰ ਪੈਸੇ ਸਾਰਿਆਂ ਕੋਲ ਹੈਗੇ, ਤੁਹਾਡੇ ਕੋਲ ਲੰਗਰ ਚਲਾਉਣ ਦੇ ਪੈਸੇ ਤੁਹਾਡੇ ਕੋਲ ਕਿੱਥੇ ਨਹੀਂ ਹੋਊਗੇ। ਲਓ ਜੀ ਅਸੀਂ ਉੱਥੇ ਜਾ ਕੇ ਕੁਛ ਹੈਲਪ ਕਰਨੀ ਆ, ਸਾਨੂੰ ਪੈਸੇ ਸਾਰਿਆਂ ਕੋਲ ਪੈਸੇ ਸਾਡੇ ਕੋਲ ਪਏ ਹੋ ਆ। ਮੈਂ ਤਾਂ ਹਰ ਵਾਰੀ ਕਹਿੰਦਾ, ਤੁਸੀਂ ਸਾਡੇ ਕਦੀ ਪੈਸੇ ਮੁੱਕਣ ਨਹੀਂ ਦਿੰਦੇ। ਅਸੀਂ 100 ਪਾਉਂਡ ਖਰਚਦੇ, ਤੁਸੀਂ ਸਾਨੂੰ 500 ਪਾਉਂਡ ਦਿੰਦੇ ਆ। ਮੈਂ ਤਾਂ ਪਹਿਲਾਂ ਕਹਿੰਦਾ, ਇਹ ਕਿਹੜੀ ਸੰਸਥਾ ਕਹਿੰਦੀ ਪਹਿਲਾਂ ਇਹ ਦੱਸੋ। ਕਈ ਸੰਸਥਾ ਪੈਸੇ ਨਾਲ ਰੱਜਦੀਆਂ ਨਹੀਂ ਗਿਆ, ਆਪਣੀਆਂ ਫੋਟੋ ਲਾ ਦੇਣੀਆਂ ਜਾ ਕੇ ਸਾਨੂੰ ਪੈਸੇ ਦੇਵੋ। ਪਹਿਲਾਂ ਕੰਮ ਤਾਂ ਕਰੋ, ਜਾ ਕੇ ਕੰਮ ਕਰ ਦਿਓ, ਤੁਹਾਨੂੰ ਪੈਸੇ ਮਿਲ ਜਾਊਗੇ। ਖਾਲਸਾ ਦੀ ਇਹੀ ਮਿਸ਼ਨ ਰਹੀ ਆ। ਅਸੀਂ ਮੋਹਰੇ ਪਹਿਲਾਂ ਕੰਮ ਕੀਤਾ, ਤੁਸੀਂ ਦੇਖਿਆ ਸੇਵਾ ਕਰਦੇ ਕੀ ਕਰਦੇ, ਸਾਡੀ ਨੌਜਵਾਨ ਕੁੜੀਆਂ ਮੁੰਡੇ ਮੋਹਰੇ ਹੋ ਕੇ, ਫਿਰ ਸਾਨੂੰ ਤੁਸੀਂ ਸਪੋਰਟ ਕੀਤਾ। ਅਸੀਂ ਕਦੀ ਨਹੀਂ ਕਿਹਾ ਆਹ ਲਓ ਜੀ ਇੱਥੇ ਲੰਗਰ ਲਾਉਣਾ, ਜੇ ਪੈਸੇ ਮਿਲ ਗਏ ਤਾਂ ਅਸੀਂ ਲਾ ਦੇਵਾਂਗੇ। ਇਹ ਬਿਲਕੁਲ ਡਿੱਗੇ ਪਏ ਹੁੰਦੇ ਬੰਦੇ, ਜਿਹਦੇ ਕੋਲ ਪੈਸੇ ਹੁੰਦੇ ਸਾਰੇ ਬੈਂਕਾਂ 'ਚ, ਅਤੇ ਪੈਸੇ ਘੜੀ ਘੜੀ ਮੰਗੀ ਜਾਂਦੇ। ਜੇ ਤੁਸੀਂ ਸਾਨੂੰ ਪੈਸੇ ਦੇਣੇ ਆ ਬਹੁਤ ਵਧੀਆ। ਕਈ ਸਾਡੇ ਪੰਜਾਬੀ ਸਿੰਗਰਸ ਆ, ਸਾਡੇ ਲਈ ਕੈਂਪੇਨ ਕਰ ਰਹੇ ਆ। ਕਈ ਸਾਡੇ ਬਹੁਤ ਪੰਜਾਬੀ ਗਾਇਕ ਵੀ ਆ, ਕਹਿੰਦੇ ਵੀ ਖਾਲਸਾ ਨੂੰ ਫੰਡ ਰੇਜ਼ ਕਰਨਾ, ਕਰੋ, ਵਧੀਆ, ਬਹੁਤ ਵਧੀਆ। ਅਸੀਂ ਬਹੁਤ ਸਪੋਰਟ ਕਰਦੇ ਹਾਂ। ਥੈਂਕ ਯੂ ਤੁਹਾਡਾ, ਬਹੁਤ ਧੰਨਵਾਦ। ਪਰ ਅਸੀਂ ਕਿਸੇ ਦੇ ਹਰ ਵਾਰੀ ਪੈਸੇ ਦੀ, ਦੇਖੋ ਸਾਡਾ ਸੋਸ਼ਲ ਮੀਡੀਆ ਦੇਖੋ, ਕਦੇ ਪੈਸੇ ਦੀ ਗੱਲ ਡੰਡਾ ਨਹੀਂ ਖੜਕਾਇਆ ਘੜੀ ਘੜੀ। ਤੁਸੀਂ ਸਾਨੂੰ ਦਿੱਤਾ ਨਹੀਂ ਇਹ ਚਾਂਸ ਕਰਨ ਦਾ। ਅਸੀਂ ਇੰਨੇ ਕਹ ਲਓ ਵੀ ਆਪਣੇ ਕਰਮਾਂ ਵਾਲੇ, ਵੀ ਸਾਡੀ ਸੰਗਤ ਸਾਨੂੰ ਜੁੜੀ ਹੋ ਆ। 21 ਸਾਲ ਹੋ ਗਏ, ਮੈਂ ਬਹੁਤ ਆਪਣੇ ਦੇਖਿਆ, ਬਹੁਤ ਹੀ ਸਾਡੇ ਵਿੱਚੋਂ ਸਾਡੇ ਕਮਿਊਨਿਟੀ ਵਿੱਚੋਂ ਸਾਨੂੰ ਖਤਮ ਕਰਨ ਨੂੰ ਕੋਸ਼ਿਸ਼ਾਂ ਕੀਤੀਆਂ ਗਈਆਂ। ਸਾਡੇ ਪਰਸਨਲ ਖਿਲਾਫ ਕੈਂਪੇਨ ਕੀਤੀਆਂ ਗਈਆਂ, ਝੂਠ ਬੋਲਿਆ ਗਿਆ ਵੀ ਰਵੀ ਸਿੰਘ ਦੀ ਤਨਖਾਹ ਇੰਨੀ ਆ, ਰਵੀ ਸਿੰਘ ਦੇ ਮਹਿਲ 'ਚ ਰਹਿੰਦੇ ਆ। ਬਹੁਤ ਕੈਂਪੇਨਾਂ ਕੀਤੀਆਂ, ਅਸੀਂ ਪਿੱਛੇ ਨਹੀਂ ਹਟੇ। ਬਹੁਤ, ਤੁਹਾਨੂੰ ਪਤਾ ਕੁੱਤੇ ਭੌਂਕਦੇ ਹੁੰਦੇ ਆ, ਉਹ ਵੀ ਕੋਈ ਜਿਹੜੇ ਭੌਂਕਦੇ ਸੀਗੇ ਕੋਈ ਸੰਸ ਨਾਲ ਜੁੜੇ ਹੁੰਦੇ ਆ, ਜੈਲਸੀ ਹੁੰਦੀ ਆ। ਅਸੀਂ ਅੱਜ ਤੱਕ ਇਹਨੇ ਜੈਲਸ ਨਹੀਂ ਕੀਤੀ। ਖਾਲਸਾ ਏਡ ਪਹਿਲੀ ਦੁਨੀਆ ਦੀ ਇੱਕ ਸੰਸਥਾ ਖੋਲ੍ਹੀ ਸੀਗੀ ਸੇਵਾ ਕਰਨ ਲਈ, ਫਿਰ ਵਿੱਚੋਂ ਹੋਰ ਆ ਗਏ ਵਧੀਆ। ਮੈਂ ਤਾਂ ਕਹਿੰਦਾ ਜਿੰਨੇ ਆਉਣ ਉਨੇ ਘੱਟ ਆ। ਪਰ ਫਿਰ ਝੂਠ ਬੋਲਣਾ ਮੂਹਰੇ ਜਾ ਕੇ, ਇੱਕ ਜਾ ਕੇ ਬਾਕਸ ਦੇ ਦੇਣਾ ਕੋਈ ਚੀਜ਼ ਦਾ, ਬਿਸਕੁਟਾਂ ਦਾ, ਅਤੇ ਕਹਿ ਦੇਣਾ ਜਾ ਕੇ ਲਓ ਜੀ ਅਸੀਂ ਸੇਵਾ ਕਰਤੀ ਲੰਘੀ, ਸਾਨੂੰ 1 ਲੱਖ ਪਾਉਂਡ ਦੇਵੋ। ਇੱਦਾਂ ਦੀਆਂ ਗੱਲਾਂ ਤੁਸੀਂ ਸਿਆਣੇ, ਤੁਸੀਂ ਸਮਝੋ। ਅਸੀਂ ਤਾਂ ਹੁਣ ਸਾਡਾ ਪਲਾਨ ਬਹੁਤ ਵੱਡਾ ਸੀਗਾ ਇਸ ਸਾਲ ਐਕਸਪੈਂਡ ਕਰਨ ਦਾ ਦੁਨੀਆ ਦੇ ਵਿੱਚ, ਵੱਡੇ ਵੱਡੇ ਆਫਿਸ ਹੁਣ ਇਸ ਵੇਲੇ ਅਪ੍ਰੈਲ ਮਾਰਚ ਦੇ ਵਿੱਚ, ਪਰ ਅਸੀਂ ਕਰ ਨਹੀਂ ਰਹੇ ਕਿਉਂਕਿ ਵਾਇਰਸ ਫੈਲ ਗਈ ਸਾਰੇ ਪਾਸੇ। ਸੋ ਅਸੀਂ ਹਰ ਵਾਰੀ ਕੋਸ਼ਿਸ਼ ਕਰਦੇ ਵੀ ਡਟ ਕੇ ਮੂਹਰੇ ਸੇਵਾ ਕਰਨੀ। ਇੰਡੀਆ ਦੇ ਵਿੱਚ ਅਸੀਂ ਬਹੁਤ ਕਰਨਾ ਚਾਹੁੰਦੇ ਹਾਂ, ਪੰਜਾਬ 'ਚ ਮੈਡੀਕਲ ਦਾ ਕੁਛ ਕਰਨਾ ਚਾਹੁੰਦੇ ਹਾਂ, ਅਫਰੀਕਾ ਜਿੱਥੇ ਭੁੱਖਿਆ ਕਰਨਾ ਚਾਹੁੰਦੇ। ਪਰ ਕਈ ਵਾਰੀ ਸੰਗਤ ਨੂੰ ਪਤਾ ਨਹੀਂ ਹੁੰਦਾ ਪਿੱਛੇ ਕਿੰਨੇ ਧੱਕੇ ਖਾਧੇ। ਅਮਰਪ੍ਰੀਤ ਪੰਜਾਬ ਦੇ ਵਿੱਚ ਉਹਨੂੰ ਧਮਕੀਆਂ ਦਿੱਤੀਆਂ ਗਈਆਂ, ਉਹਦੇ ਮੌਤ ਦੀਆਂ। ਸਾਡੇ ਖਿਲਾਫ ਸਾਰੇ ਪਾਸੇ ਕੈਂਪੇਨ ਕੀਤੀਆਂ ਗਈਆਂ। ਸਾਡੇ ਨਾਲ ਪਹਿਲਾਂ 10-15 ਸਾਲ ਕੋਈ ਸਾਡੇ ਨਾਲ ਖੜਾ ਨਹੀਂ ਹੋਇਆ। ਕੋਈ ਸੰਸਥਾ ਸਾਡੀਆਂ, ਕੋਈ ਸੰਸਥਾ ਹੋਊਗੀ ਜਿਹੜੀ ਸਾਡੇ ਨਾਲ ਖੜੀ ਹੋ, ਕਿਉਂਕਿ ਹਰ ਵਾਰੀ ਜੈਲਸੀ ਵਿੱਚੋਂ ਹੀ ਇੰਨੀ ਵਿੱਚੋਂ ਕਹਿ ਲਓ ਪਈ ਈਰਖਾ ਪਈ। ਕਦੀ ਸਾਨੂੰ ਸਟੇਜਾਂ ਤੋਂ ਬੰਦ ਕੀਤਾ ਗਿਆ, ਸਾਨੂੰ ਆਪਣੇ TV ਤੋਂ, ਚੈਨਲਾਂ ਤੋਂ, ਰੇਡੀਓ ਸਟੇਸ਼ਨ ਤੋਂ, UK ਤੋਂ ਸਾਡੀਆਂ ਅਪੀਲਾਂ ਕਿਉਂ ਨਹੀਂ ਹੁੰਦੀਆਂ? ਕਿਉਂਕਿ ਅਸੀਂ ਉਹਨੂੰ ਟੇਬਲ ਥੱਲੇ ਪੈਸੇ ਨਹੀਂ ਦਿੰਦੇ ਪਿਆ ਲਓ ਜੀ 20,000 ਤੁਸੀਂ ਲਾ ਦਿਓ ਅਤੇ 50 ਤਾਂ ਸਾਡੇ ਇਕੱਠਾ ਕਰ ਦਿਓ। ਸਾਨੂੰ ਰੋਕਿਆ ਗਿਆ, ਸਾਨੂੰ ਬਹੁਤ ਕੋਸ਼ਿਸ਼ ਕੀਤੀ ਸਾਨੂੰ ਬੰਦ ਕਰਨ ਦੀ, ਪਰ ਅਸੀਂ ਬੰਦ ਕਿਉਂ ਨਹੀਂ ਹੋਏ? ਕਿਉਂਕਿ ਤੁਸੀਂ ਸਾਡੇ ਨਾਲ ਆ। ਬਹੁਤ ਹੀ ਕੋਸ਼ਿਸ਼ ਕੀਤੀ ਵੀ ਰਵੀ ਸਿੰਘ ਨੂੰ ਕਿੱਦਾਂ ਢਾਇਆ ਜਾਵੇ,
ਖਾਲਸਾ ਨੂੰ ਕਿੱਦਾਂ ਬੰਦ ਕੀਤਾ ਜਾਵੇ, ਸਾਨੂੰ ਪੈਸੇ ਮਿਲ ਜਾਣ। ਪੈਸੇ ਪਿੱਛੇ ਦੌੜ ਜਿੱਦਾਂ ਕੁੱਤਾ ਆਪਣੀ ਪੂਛ ਫੜਦਾ ਹੁੰਦਾ। ਪੈਸੇ ਨੇ ਸਾਨੂੰ ਖਾ ਲਿਆ, ਚੌਧਰ ਨੇ ਖਾ ਲਿਆ। ਦੂਜੇ ਪਾਸੇ ਖਾਲਸਾ ਦੇ ਵਿੱਚ ਬਹੁਤ ਚੜ੍ਹਦੀ ਕਲਾ ਇੰਡੀਵਿਜੂਅਲਸ ਆ ਜਿਹੜੇ ਇਸ ਵੇਲੇ ਮੂਹਰੇ ਕੇ ਸੇਵਾ ਕਰ ਰਹੇ ਆ। ਬਹੁਤ ਧੱਕੇ ਖਾਧੇ। ਕਈ ਵਾਰੀ ਕਹਿੰਦੇ ਲਓ ਜੀ ਹਰ ਚੀਜ਼ ਖਾਲਸਾ ਏਡ ਜਾ ਕੇ ਆਪਣੀ ਇੰਟਰਨੈਟ 'ਤੇ ਪਾਉਂਦੇ ਆ। ਸਾਨੂੰ ਪਾਉਣਾ ਪੈਂਦਾ ਕਿਉਂਕਿ ਸਾਨੂੰ TV ਸਟੇਸ਼ਨ ਸਾਨੂੰ ਬੰਦ ਕੀਤਾ ਆ, ਸਾਨੂੰ ਰੇਡੀਓ ਸਟੇਸ਼ਨ ਨੇ ਬੰਦ ਕੀਤਾ। ਸਾਨੂੰ ਇੱਥੇ ਇੰਗਲੈਂਡ ਦੇ ਵਿੱਚ ਇੱਕ ਹੀ ਰੇਡੀਓ ਸਟੇਸ਼ਨ ਨੂੰ ਮਦਦ ਕਰਦਾ ਸਾਡੀ, ਉਹ ਦੇਸੀ ਰੇਡੀਓ ਆ। ਕਿਸਮਤ ਵਾਲੇ ਆ ਵੀ ਪੰਜਾਬ ਦੀ ਪ੍ਰੈਸ ਕਈ ਵਾਰ ਸਾਨੂੰ ਬਹੁਤ ਸਪੋਰਟ ਕਰਦੇ ਆ। ਬਹੁਤ ਵਧੀਆ, ਸਾਡਾ ਧੰਨਵਾਦ। ਕਈ ਸਟੇਸ਼ਨ ਨੌਰਥ ਅਮਰੀਕਾ ਵੀ ਸਾਨੂੰ ਕਰਨ ਲੱਗ ਪਏ ਆ। ਪਰ ਇੰਗਲੈਂਡ ਦੇ ਵਿੱਚ ਇੱਕ ਬਿਮਾਰੀ ਆ ਫੈਲੀਓ ਭਈ ਖਾਲਸਾ ਨੂੰ ਸਪੋਰਟ ਨਹੀਂ ਕਰਨਾ। ਨਾ ਕਰੋ, ਕਰੀ ਜਾਓ ਪੈਸੇ ਇਕੱਠੇ। ਦੂਜੀ ਸੰਗ ਤੁਹਾਨੂੰ ਅਸੀਂ ਪੈਸੇ ਨਹੀਂ ਦੇਣੇ ਟੇਬਲ ਥੱਲੇ ਪਿਆ ਲਓ ਜੀ 60 ਤੋਂ ਪੈਸੇ ਇੰਨੇ ਸਾਲਾਂ ਦੇ ਇਕੱਠੇ ਕਰੋ। ਅੱਜ ਵੀ ਉਹਨੂੰ ਚੁੱਭਦੀ ਖਾਲਸਾ ਏਡ। ਜਿੱਥੇ ਦੁਨੀਆ ਦੇ ਵਿੱਚ ਪਿਆਰ ਆ, ਜਿੱਥੇ ਦੁਨੀਆ ਇਰਾਕ ਤੋਂ ਲੱਗ ਕੇ ਤੁਰਕੀ ਵਿੱਚ, ਲੈਬਨਾਨ ਵਿੱਚ, ਅਫਰੀਕਾ ਵਿੱਚ ਇੰਨਾ ਪਿਆਰ ਆ ਸਿੱਖੀ ਲਈ, ਉਹ ਤੁਹਾਡੇ ਕਰਕੇ। ਅੱਜ ਉੱਥੇ ਮੂਹਰੇ ਹੋ ਕੇ ਕਰੋਨਾ ਵਾਇਰਸ ਕਰਕੇ ਦੇਖੋ ਹੁਣ 21 ਸਾਲ ਦੇ ਵਿੱਚ ਜਦੋਂ ਸ਼ੁਰੂ ਹੋਈ ਖਾਲਸਾ ਏਡ, ਅਸੀਂ ਸੋਚ ਨਹੀਂ ਸਕਦੇ ਸੀ ਵੀ ਇੰਨੀ ਭੈੜੀ ਬਿਮਾਰੀ ਆਊਗੀ। ਉਹ ਬਿਮਾਰੀ ਦਾ ਜਿਹੜਾ ਸਾਹਮਣਾ ਕਰਨਾ ਸਾਡੀ ਖਾਲਸਾ ਟੀਮਾਂ ਪਹਿਲਾਂ ਚੱਕੂਗੇ। ਲੰਗਰ ਸਟੂਡੈਂਟਸ ਲਈ ਚੱਕਾਂਗੇ ਲੰਗਰ, ਜਿਹੜੇ ਭਈ ਬਜ਼ੁਰਗ ਆ ਚੱਕਾਂ, ਜਿਹੜੇ ਗਰੀਬ ਆ ਲੰਗਰ ਛਕਾ ਰਹੇ ਉੱਥੇ ਪੰਜਾਬ ਦੇ ਵਿੱਚ, ਜਾਂ ਉਹਨੂੰ ਸੈਨੇਟਾਈਜ਼ ਦੇ ਰਿਹਾ ਪੰਜਾਬ ਦੇ ਵਿੱਚ, ਜਾਂ ਉੱਥੇ ਸਟੂਡੈਂਟ ਲਈ ਲੰਗਰ ਛਕਾ ਰਹੇ ਉੱਥੇ ਕੈਨੇਡਾ ਅਮਰੀਕਾ ਵਿੱਚ ਮੂਹਰੇ ਹੋ ਕੇ। UK ਵਿੱਚ ਜਿਹੜੇ ਵੀ ਬਜ਼ੁਰਗ ਆ ਠੀਕ ਨਹੀਂ ਗਏ, ਅਸੀਂ ਜਾ ਕੇ ਮੂਹਰੇ ਅਸੀਂ ਸੋਚਿਆ ਨਹੀਂ ਕਰੀ ਕਿੰਨੇ ਡਿਜ਼ਾਸਟਰ, ਕਿੰਨੀਆਂ ਲੜਾਈਆਂ ਜੰਗ ਲੱਗੇ ਮੂਹਰੇ ਖਾਲਸਾ ਏਡ। ਖਾਲਸਾ ਏਡ ਤੁਹਾਡੇ ਕਰਕੇ ਆ। ਇਹ ਜਿਹੜਾ ਬਰੋਡਕਾਸਟ ਕਾਫੀ ਲੰਮਾ ਚੌੜਾ ਆ ਕਿਉਂਕਿ ਇਹਦੇ ਵਿੱਚ ਅਸੀਂ ਜਿਹੜੇ ਮੈਸੇਜ ਆ ਬਹੁਤ ਜ਼ਰੂਰੀ ਆ। ਇਸ ਵੇਲੇ ਪੰਜਾਬ ਬੰਦ ਆ, ਕਰਫਿਊ ਲੱਗਾ ਆ, ਅਤੇ ਉਹ ਮੈਨੂੰ ਲੱਗਾ ਪਤਾ ਅਮਰਪ੍ਰੀਤ ਤੋਂ ਭਈ ਕਈ ਵਾਰੀ ਉੱਥੇ 3-4 ਘੰਟੇ ਦੀ ਵਿੰਡੋ ਹੁੰਦੀ, ਤੁਸੀਂ ਸ਼ਾਪਿੰਗ ਜਾ ਸਕਦੇ ਆ। ਜੇ ਕੋਈ ਫਰੂਟ ਲਿਆਉਣਾ, ਕੋਈ ਖਾਣਾ ਪੀਣਾ ਲਿਆਉਣਾ, ਦੁਕਾਨਾਂ ਖੁੱਲ੍ਹ ਜਾਂਦੀਆਂ। ਅਤੇ ਤੁਸੀਂ ਆਪਣੇ ਗੁਆਂਢ ਦੀ ਮਦਦ ਕਰ ਰਹੇ। ਕਈ ਲੰਗਰ ਚਲਾ ਰਹੇ ਉੱਥੇ ਪੰਜਾਬ ਦੇ ਵਿੱਚ, ਬੜੀ ਖੁਸ਼ੀ ਆ। ਤੁਸੀਂ ਸਾਰੇ ਖਾਲਸਾ ਏਡ ਆ। ਇਹ ਖਾਲਸਾ ਏਡ ਇੱਕ ਬੰਦੇ ਦੀ ਨਹੀਂ, ਨਾ ਇੱਕ ਕੋਈ, ਨਾ ਸਾਰੇ ਖਾਲਸਾ ਆ, ਸਾਰੇ ਖਾਲਸਾ। ਤੁਸੀਂ ਇਕੱਲੇ ਖਾਲਸਾ ਜਾ ਕੇ ਲੰਗਰ ਛਕਾਓ। 1.25 ਲੱਖ ਬਣੋ, 1.25 ਲੱਖ ਨੂੰ ਲੰਗਰ ਛਕਾ ਸਕਦੇ ਆ। ਪਰ ਮੈਸੇਜ ਮੇਰਾ ਇਹੀ ਆ, ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਵੀ ਨਾ ਡੁੱਲੀਏ ਪਾਵਰ ਵਿੱਚ, ਨਾ ਪੈਸੇ ਉੱਪਰ, ਨਾ ਕੋਈ ਲਾਲਚ ਦੇ ਵਿੱਚ। ਪਰ ਹੁਣ ਜਿਹੜਾ ਸੋਸ਼ਲ ਮੀਡੀਆ ਆ ਗਿਆ ਸਾਡੀ ਬਹੁਤ ਮਦਦ ਕਰ ਰਿਹਾ। ਤੁਸੀਂ ਸਾਡੇ ਪੋਸਟ ਸ਼ੇਅਰ ਕਰ ਰਹੇ ਆ, ਤੁਸੀਂ ਸਾਨੂੰ ਸ਼ਾਬਾਸ਼ ਕਹਿ ਰਹੇ। ਸਾਡੇ ਵੋਲੰਟੀਅਰ, ਸਾਡੇ ਸੇਵਾਦਾਰਾਂ ਨੂੰ, ਸਾਡਿਆਂ ਨੂੰ ਤੁਸੀਂ ਸ਼ਾਬਾਸ਼ ਦੇ ਰਹੇ ਆ। ਤੁਹਾਡਾ ਬਹੁਤ ਧੰਨਵਾਦ। ਤਾਂ ਮੈਨੂੰ ਇਹ ਵੀ ਪਤਾ ਆ ਅੱਜ 21 ਸਾਲ ਆ, ਕੋਈ ਸਾਡਾ ਇੱਥੇ ਸਟੇਸ਼ਨ ਬਰੋਡਕਾਸਟ ਨਹੀਂ ਕਰੂਗਾ, ਕੋਈ ਫਰਕ ਨਹੀਂ। ਤੁਸੀਂ ਸਾਡੇ ਨਾਲ ਆ। ਕਈ ਵਾਰੀ ਸਾਨੂੰ ਕਹਿੰਦੇ ਪਏ ਤੁਸੀਂ ਗੁੱਸੇ 'ਚ ਬੋਲਦੇ ਜਾਂ ਤੁਸੀਂ ਮਾੜਾ ਨਾ ਕਿਹਾ ਕਰੋ, ਕਿਸੇ ਨੂੰ ਇੱਦਾਂ ਨਾ ਕਿਹਾ ਕਰੋ। ਪਰ ਸਾਨੂੰ ਪਤਾ ਸਾਨੂੰ ਕੀ ਸਾਹਮਣਾ ਕਰਨਾ ਪਿਆ। ਮੇਰੀ ਆਦਤ ਹੀ ਇਹੀ ਆ ਪਰਸਨਲੀ, ਜੋ ਹੈਗਾ ਮਨ 'ਚ ਅਸੀਂ ਕਹਿ ਦੇਣਾ। ਦੁੱਖ ਲੱਗ ਗਿਆ ਕਿਉਂਕਿ ਜੇ ਸਾਡੇ ਸਾਹਮਣੇ ਕੋਈ ਸਵਾਲ ਕਰਨਾ, ਸਾਨੂੰ ਆ ਕੇ ਸਵਾਲ ਕਰ ਸਕਦੇ ਆ। ਸੋ ਇਹ ਕਈ ਸੌਖੇ ਨਹੀਂ ਰਹੇ 21 ਸਾਲ, ਬਹੁਤ ਔਖੇ ਰਹੇ। ਫੈਮਲੀ ਟਾਈਮ, ਕਦੀ ਇੱਧਰ ਕਦੀ ਕੰਮ ਕਰਨਾ, ਉੱਧਰ ਕਰਨਾ। ਮੈਨੂੰ ਪਤਾ ਜਦੋਂ ਮੈਂ ਪਰਸਨਲੀ ਗਿਆ ਸੀ ਉੱਥੇ ਅਫਰੀਕਾ ਵਿੱਚ, ਸਮਾਲੀਆ ਵਿੱਚ 2003 ਦੇ ਵਿੱਚ, ਤਾਂ ਕਈ ਵਾਰੀ ਤੁਸੀਂ ਸੋਚਦੇ ਭਈ ਬੰਦੇ ਕੋਈ ਸੁਪਰ ਹੀਰੋ ਨਹੀਂ ਗਾ। ਤਾਂ ਜਦੋਂ ਜਹਾਜ਼ ਉਤਰਿਆ ਉੱਥੇ ਕੁਛ ਨਹੀਂ ਸੀਗਾ। ਉੱਥੇ ਇੱਕ ਹੱਟੀ ਵੀ ਨਹੀਂ ਸੀਗੀ, ਇੱਕ ਸਾਈਨ ਨਹੀਂ ਲੱਗਾ ਸੀਗਾ ਜਿੱਥੇ ਉਤਰਿਆ ਜਹਾਜ਼, ਵੈਲਕਮ ਟੂ ਬੈਲਟੂਨ ਜਿਹੜਾ ਸ਼ਹਿਰ ਸੀ। ਆਲੇ ਦੁਆਲੇ ਜਿੱਦਾਂ ਰੇਗਿਸਤਾਨ ਹੁੰਦਾ। ਤਾਂ ਮੈਨੂੰ ਪਤਾ, ਮੈਂ ਸੋਚਿਆ ਮੈਂ ਕਿ ਕਿੱਥੇ ਆ ਗਏ ਧੱਕੇ ਖਾਣ। ਪਰ ਫਿਰ ਮੈਂ ਉਸ 2003 ਦੀ ਗੱਲ ਆ, ਉੱਥੇ ਕੋਈ ਫੇਸਬੁੱਕ ਕੁਛ ਨਹੀਂ ਸੀ। ਬਸ ਇੱਕ ਨਿੱਕੀ ਜਿਹੀ ਛੋਟੀ ਜਿਹੀ ਅਰਦਾਸ ਕਰ ਲਈ ਵੀ ਕੋਈ ਨਹੀਂ, ਇੱਥੇ ਅਸੀਂ ਇੱਕ ਮਿਸ਼ਨ 'ਤੇ ਆਏ ਹਾਂ ਇਨਸਾਨੀਅਤ ਤੌਰ 'ਤੇ। ਪਰ ਬਹੁਤ ਪਿਆਰ ਮਿਲਿਆ। ਇੰਨੇ ਗਨਮੈਨ ਉੱਥੇ ਸੀਗੇ, ਲੜਾਈ ਲੱਗੀ ਹੋ ਸੀਗੀ, ਬਹੁਤ ਪਿਆਰ ਮਿਲਿਆ। ਥਾਂ ਧੱਕੇ ਖਾਧੇ ਜਾ ਕੇ, ਥਾਂ ਜਾ ਕੇ ਸੇਵਾ ਚੱਲੀ ਆ। ਪਰ ਜਿਹੜੇ ਹੁਣ ਸੇਵਾ ਚੱਲ ਰਹੀ ਆ, ਸਾਡੇ ਸੇਵਾਦਾਰ ਦੁਨੀਆ ਦੇ ਵਿੱਚ ਜੋ ਅਸੀਂ ਕਰ ਰਹੇ ਹਾਂ, ਉਹ ਸਾਡੇ ਸੇਵਾਦਾਰ ਸਿਰ 'ਤੇ ਅਸੀਂ ਕਰ ਰਹੇ ਹਾਂ। ਪੰਜਾਬ ਦੇ ਵਿੱਚ ਜੋ ਸਕਸੈਸਫੁਲ ਆ, ਜੋ ਸਫਲਤਾ ਆ, ਉਹ ਸਾਡੇ ਸੇਵਾਦਾਰ ਕਰਕੇ ਆ। ਇੰਗਲੈਂਡ ਦੇ ਵਿੱਚ ਵੀ ਸਾਡੇ ਸੇਵਾਦਾਰ ਕਰਕੇ ਆ। ਇੱਥੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਸਾਰਾ ਕੁਝ ਸਾਡੇ ਸੇਵਾਦਾਰ ਸਿਰ 'ਤੇ ਚੱਲ ਰਿਹਾ। ਅਸੀਂ ਸੇਵਾਦਾਰ ਦੇ ਬਹੁਤ ਧੰਨਵਾਦੀ ਹਾਂ। ਸਾਡੇ ਸੇਵਾਦਾਰ ਸਾਡੇ ਲਈ ਹੀਰੋ ਆ। ਅਤੇ ਦੂਜੇ ਪਾਸੇ ਜਿਹੜੇ ਤੁਸੀਂ ਸਪੋਰਟ ਕਰਦੇ, ਤੁਸੀਂ ਸਪੋਰਟ ਕਰਦੇ ਰਹੋ। ਦੁਨੀਆ ਦੀ ਟੱਕਰ ਲੈ ਲਵਾਂਗੇ ਅਸੀਂ, ਸਾਨੂੰ ਕੋਈ ਫਰਕ ਨਹੀਂ ਗਾ। ਜਿੱਥੇ ਲੜਾਈ ਜੰਗ ਆ, ਜਿੱਥੇ ਆਪਣੇ ਵੀ ਸਾਨੂੰ ਧੱਕੇ ਮਾਰ ਰਹੇ ਆ, ਸਾਡੇ ਪੇਟ 'ਚ ਛੁਰੀਆਂ ਮਾਰ ਰਹੇ ਆ, ਸਾਨੂੰ ਕੋਈ ਫਰਕ ਨਹੀਂ ਗਾ।
ਸਾਨੂੰ ਪਤਾ ਵੀ 21 ਸਾਲ ਦੇ ਵਿੱਚ ਸਾਨੂੰ ਪਿਆਰ ਬਹੁਤ ਮਿਲਿਆ। ਉਹ ਪਿਆਰ ਸਾਨੂੰ ਮਿਲਿਆ ਸੰਗਤ ਤੋਂ। ਇੱਕ ਪਰਿਵਾਰ ਬਣ ਗਿਆ ਸੰਗਤ ਸਾਡਾ। ਤੁਸੀਂ ਸਾਡੇ ਇੱਕ ਤਰ੍ਹਾਂ ਦੇ ਪਰਿਵਾਰ ਬਣੇ ਹੋ ਆ। ਅਤੇ ਜੇ ਕੋਈ ਵੀ ਸਾਡੇ ਵਿੱਚ ਕੋਈ ਕਮੀ ਆ, ਕੋਈ ਗਲਤ ਕੰਮ ਆ, ਤੁਸੀਂ ਦੱਸੋ ਸਾਨੂੰ। ਮੇਰਾ ਇੱਥੇ UK ਵਿੱਚ ਖਾਲਸਾ ਦਾ ਆਫਿਸ ਆ, ਜਿਹੜਾ ਮਰਜ਼ੀ ਫੋਨ ਕਰਕੇ ਗੱਲ ਕਰ ਸਕਦਾ। ਸਾਨੂੰ ਈਮੇਲ ਭੇਜ ਸਕਦੇ ਹਾਂ। ਕਈ ਵਾਰੀ ਮੈਸੇਜ ਬਹੁਤ ਆਉਂਦੇ ਆ, ਗੱਲ ਨਹੀਂ ਹੁੰਦੀ, ਫਿਰ ਕਰ ਲਓ ਮੈਸੇਜ। ਸਾਡਾ ਖਾਲਸਾ ਵੈਬਸਾਈਟ 'ਤੇ ਸਾਰਾ ਕਾਂਟੈਕਟ ਡਿਟੇਲ ਹੈਗੀ ਆ। ਅਸੀਂ ਇਹ ਕਦੀ ਨੂੰ ਰੋਕਿਆ ਨਹੀਂ ਗਾ, ਨਾ ਗੱਲ ਕਰਨ ਤੋਂ ਨਾ ਮਦਦ ਕਰਨ ਤੋਂ। ਸੋ ਸਾਡਾ ਬਹੁਤ ਹੀ ਧੰਨਵਾਦ ਭਈ ਤੁਸੀਂ ਸਾਡਾ ਹੱਥ ਫੜਿਆ, ਸਾਨੂੰ ਸਪੋਰਟ ਦਿੱਤਾ ਇੰਨੇ ਚਿਰ ਦਾ, 21 ਸਾਲ ਦਾ। ਅਤੇ ਹੁਣ ਦੇਖੀਏ ਅਗਲੇ 10-20 ਸਾਲ ਕਿੱਦਾਂ ਚੱਲਦੇ ਆ। ਪਰ ਸਾਡਾ ਇਹੀ ਮੈਸੇਜ ਸੀਗਾ ਅੱਜ। ਬੜੇ ਮਾੜੇ ਸਮੇਂ 'ਚ ਅਸੀਂ 21 ਸਾਲ ਇਸ ਵੇਲੇ ਮਨਾ ਰਹੇ ਹਾਂ। ਇੱਕ ਆਈਡੀਆ ਜਿਹੜਾ ਸੀਗਾ ਭਈ ਕੀ ਕਰਨਾ ਕੀ ਨਹੀਂ ਕਰਨਾ। ਪਰ ਜਿਹੜੇ ਸਾਡੇ ਸੇਵਾਦਾਰ ਹੁਣ ਦੁਨੀਆ ਦੇ ਵਿੱਚ ਜਵਾਬ ਦੇ ਰਹੇ ਕਰੋਨਾ ਵਾਇਰਸ ਨੂੰ, ਉਹ ਵੀ ਇੱਕ ਚੜ੍ਹਦੀ ਕਲਾ ਮੈਸੇਜ ਆ ਸਾਡੇ ਲਈ ਪਰਸਨਲੀ, ਭਈ ਤੁਸੀਂ ਇਕੱਲੇ ਨਹੀਂ ਗਏ। ਸੋ ਤੁਹਾਡਾ ਬਹੁਤ ਥੈਂਕ ਯੂ। ਇੱਕ ਦਿਨ ਸਮਾਂ ਹੋਊਗਾ ਅਤੇ ਅਸੀਂ ਸ਼ਾਇਦ ਕਿਤਾਬ ਲਿਖਾਂਗੇ, ਜੇ ਬੁੱਕ ਜਾਂ ਕੋਈ ਫਿਲਮ ਬਣਾਵਾਂਗੇ ਭਈ ਕਿੱਦਾਂ ਚੱਲਿਆ ਸਾਰਾ ਕੁਛ। ਪਰ ਉਹ ਵੀ ਪਤਾ ਨਹੀਂ ਟਾਈਮ ਲੱਗਾ ਕਿ ਨਹੀਂ, ਪਰ ਹੁਣ ਬਿਜ਼ੀ ਬਹੁਤ ਹੈ, ਟਾਈਮ ਲੱਗੂਗਾ ਕਿ ਨਹੀਂ। ਅਤੇ ਸਾਡੇ ਜਿਹੜੀ ਸਾਰੀਆਂ ਟੀਮਾਂ ਦਾ ਧੰਨਵਾਦ, ਸਾਡੇ ਸਾਰੇ ਸੇਵਾਦਾਰਾਂ ਦਾ ਧੰਨਵਾਦ, ਜਿੱਥੇ ਮੋਹਰੇ ਹੋ ਕੇ ਲੱਗੇ ਹੋ। ਜਿੱਥੇ ਵੀ ਸਾਡੇ ਸੰਗਤ ਆ ਉੱਥੇ ਖਾਲਸਾ ਏਡ ਆ। ਜਪਾਨ ਤੋਂ ਮੈਸੇਜ ਮੈਨੂੰ ਕੱਲ੍ਹ ਆਏ ਆ, ਤੁਹਾਡੇ ਨਾਲ ਖੜ੍ਹੇ ਆ, ਸੇਵਾ ਕਰੀ ਜਾਓ। ਸਾਡੇ ਇੱਕ UK ਤੋਂ ਆਏ ਆ, ਦੱਸੋ ਤੁਹਾਨੂੰ ਕੀ ਚਾਹੀਦਾ ਬਿਜ਼ਨਸ ਵਾਲੇ। ਇੱਕ ਗੋਰਿਆਂ ਦੀ ਬਿਜ਼ਨਸ ਆ ਇੱਥੇ, ਜਿੱਥੇ ਸਾਡਾ ਆਫਿਸ ਆ ਲੰਡਨ ਵਿੱਚ, ਸਲੋ ਦੇ ਵਿੱਚ। ਉਹਨੇ ਇੱਕ ਬਹੁਤ ਵੱਡਾ ਵੇਅਰ ਸਾਨੂੰ ਫਰੀ ਦਿੱਤਾ 3-4 ਮਹੀਨੇ, ਤੁਸੀਂ ਕਰੋ ਸੇਵਾ। ਸੋ ਤੁਹਾਡਾ ਬਹੁਤ ਧੰਨਵਾਦ। 21 ਸਾਲ ਦੇ ਵਿੱਚ ਤੁਸੀਂ ਸਾਨੂੰ ਪਿਆਰ ਦਿੱਤਾ, ਸਤਿਕਾਰ ਦਿੱਤਾ, ਅਤੇ ਤੁਸੀਂ ਜੁੜੇ ਰਹੋ। ਅਤੇ ਜਦੋਂ ਅਸੀਂ ਭਈ ਦੂਜੇ ਪਾਸੇ ਚੱਲਦੇ ਹਾਂ, ਜਿੱਥੇ ਤੁਹਾਨੂੰ ਕੋਈ ਲੱਗਦਾ ਕਮੀ ਆ, ਸਾਡੇ ਕੰਨ ਤੁਸੀਂ ਖਿੱਚ ਸਕਦੇ ਆ। ਬਹੁਤ ਧੰਨਵਾਦ ਜੀ। ਜਿੱਥੇ ਵੀ ਹੈਗੇ ਆ ਸੇਫ ਰਹੋ, ਇੱਕ ਦੂਜੇ ਰੱਖਿਆ ਕਰੋ। ਇਹ ਜਿਹੜੀ ਵਾਇਰਸ ਬਹੁਤ ਜ਼ਹਿਰੀਲੀ ਵਾਇਰਸ ਆ, ਅਤੇ ਕੋਈ ਚਾਂਸ ਨਾ ਲਵੋ। ਸੋ ਵੰਡ ਕੇ ਛਕਣਾ ਸਰਬੱਤ ਦਾ ਭਲਾ, ਇਹ ਅੱਜ ਦਾ ਮੈਸੇਜ ਆ, ਬਹੁਤ ਜ਼ਰੂਰੀ ਮੈਸੇਜ ਆ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।